ਸੁਹੇਲਾ ਕਰਨਾ ਤੇ ਪਰਲੋਕ ਨੂੰ ਸੁਹੇਲਾ ਬਣਾ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਸੋ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਸ ਮਾਲਕ ਨੂੰ ਚੇਤੇ ਰੱਖੀਏ, ਹਰ ਵੇਲੇ ਯਾਦ ਰੱਖੀਏ, ਕਿਉਂਕਿ ਜਦੋਂ ਅਸੀਂ ਸੰਸਾਰ ਤੋਂ ਜਾਣਾ ਤੇ ਸਾਡੇ ਨਾਲ ਵੀ ਕੋਈ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸੰਗੀ ਸਾਥੀ ਸਾਡੇ ਨਾਲ ਖੜਾ ਹੋਵੇ। ਤੇ ਖਿਆਲ ਕਰਨਾ ਸਾਡੇ ਨਾਲ ਕੌਣ ਖੜੇਗਾ, ਸਾਨੂੰ ਕਿਹਦੀ ਲੋੜ ਹੈ। ਜਿਵੇਂ ਕਿ ਇੱਕ ਮੂਰਤੀ ਨੂੰ ਬਣਾਉਣ ਵਾਸਤੇ, ਛੋਟੀ ਜਿਹੀ ਉਦਾਹਰਣ ਦੇ ਕੇ ਮੈਂ ਅੱਗੇ ਚੱਲਾਂਗਾ। ਕਹਿੰਦੇ ਨੇ ਕਿ ਛੋਟੀ ਜਿਹੀ ਮੂਰਤੀ ਨੂੰ ਬਣਾਉਣ ਵਾਸਤੇ ਔਜ਼ਾਰਾਂ ਦੀ ਲੋੜ ਪੈਂਦੀ ਹੈ ਤੇ ਉਹਨਾਂ ਔਜ਼ਾਰਾਂ ਨੂੰ ਚਲਾਉਣ ਵਾਸਤੇ ਇੱਕ ਸੁਲਝੇ ਹੋਏ ਮੂਰਤੀਕਾਰ ਦੀ ਲੋੜ ਪੈਂਦੀ ਹੈ, ਕਿਉਂਕਿ ਮੂਰਤੀ ਆਪਣੇ ਆਪ ਨਹੀਂ ਬਣ ਸਕਦੀ, ਉਹਨੂੰ ਔਜ਼ਾਰ ਬਣਾਉਣਗੇ ਤੇ ਔਜ਼ਾਰ ਆਪਣੇ ਆਪ ਨਹੀਂ ਚੱਲ ਸਕਦੇ, ਉਹਨੂੰ ਇੱਕ ਮੂਰਤੀਕਾਰ, ਮੂਰਤੀ ਬਣਾਉਣ ਵਾਲੇ ਦੀ ਲੋੜ ਪਏਗੀ ਜੋ ਉਹਨਾਂ ਨੂੰ ਚਲਾ ਸਕੇ, ਚਲਾ ਕੇ ਮੂਰਤੀ ਬਣਾ ਸਕੇ। ਤੇ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਇੱਕ ਦਰਿਆ ਨੂੰ ਪਾਰ ਕਰਨਾ ਹੋਵੇ ਤੇ ਇੱਕ ਬੇੜੀ ਦੀ ਲੋੜ ਪੈਂਦੀ ਹੈ ਤੇ ਬੇੜੀ ਨੂੰ ਚਲਾਉਣ ਵਾਸਤੇ ਇੱਕ ਮਲਹਾ ਦੀ ਲੋੜ ਪੈਂਦੀ ਹੈ। ਨਾ ਦਰਿਆ ਨੂੰ ਤੁਸੀਂ ਬੇੜੀ ਤੋਂ ਬਗੈਰ ਪਾਰ ਕਰ ਸਕਦੇ ਹੋ, ਹਾਂ ਹੋਰ ਟੈਕਨੀਕ ਦੇ ਰਾਹੀਂ ਜਿਵੇਂ ਕਿ ਤਰਨਾ ਆ ਗਿਆ ਹੋਵੇ, ਪਰ ਸਮਝਾਉਣ ਦੇ ਲਈ ਅਸੀਂ ਇੱਥੇ ਸਹਾਰਾ ਲੈਂਦੇ ਹਾਂ ਕਿ ਬੇੜੀ ਦੇ ਉੱਤੇ ਬੇੜੀ ਨੂੰ ਚਲਾਉਣ ਵਾਸਤੇ ਇੱਕ ਮਲਹਾ ਦੀ ਲੋੜ ਪੈਂਦੀ ਹੈ। ਉਸੇ ਹੀ ਤਰੀਕੇ ਦੇ ਨਾਲ ਇਸ ਲੋਕ ਤੋਂ ਪਰਲੋਕ ਨੂੰ ਜਾਣ ਦੇ ਲਈ, ਇਹ ਲੋਕ ਸੁਖੀਏ ਪਰਲੋਕ ਸੁਹੇਲਾ ਬਣਾਉਣ ਦੇ ਲਈ ਸਾਨੂੰ ਇੱਕ ਸੁਲਝੇ ਹੋਏ, ਸਾਨੂੰ ਇੱਕ ਇਹੋ ਜਿਹੇ ਗੁਰੂ ਦੀ ਲੋੜ ਪਏਗੀ ਜਿਹੜਾ ਕਿ ਸਾਨੂੰ ਇਸ ਭਵਸਾਗਰ ਤੋਂ ਤਾਰਨ ਦੇ ਲਈ ਸਾਡੇ ਅੰਗ ਸੰਗ ਹੋਵੇ, ਸਹਾਈ ਹੋਵੇ, ਸਾਨੂੰ ਸਮਝਾ ਸਕੇ ਅਸੀਂ ਕਿੱਥੇ ਗਲਤ ਹਾਂ, ਅਸੀਂ ਕਿੱਥੇ ਸਹੀ ਹਾਂ। ਤੇ ਕਹਿੰਦੇ ਨੇ ਕਿ ਸਾਨੂੰ ਕੌਣ ਸਮਝਾ ਸਕਦਾ ਹੈ? ਜਿਹੜਾ ਆਪ ਸਮਝਦਾਰ ਹੋਵੇ ਸਾਨੂੰ ਉਹੀ ਸਮਝਾ ਸਕਦਾ ਹੈ, ਕਿਉਂਕਿ ਬਿਮਾਰੀ ਸਾਡੀ ਉਹੀ ਦੂਰ ਕਰ ਸਕਦਾ ਜਿਹਨੂੰ ਆਪ ਬਿਮਾਰੀ ਨਾ ਹੋਵੇ। ਦੁੱਖ ਸਾਡਾ ਉਹੀ ਦੂਰ ਕਰ ਸਕਦਾ ਜਿਹੜਾ ਆਪ ਦੁਖੀ ਨਾ ਹੋਵੇ। ਸੰਸਾਰ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਨਜ਼ਰ ਆ ਰਿਹਾ ਹੈ। ਇਸ ਦੁਨੀਆ ਦੇ ਵਿੱਚ ਹਰ ਇੱਕ ਦੁਨੀਆ ਦੇ ਵਿੱਚ ਹਰ ਇਨਸਾਨ ਨੂੰ ਦੁੱਖ ਹੈ, ਤਕਲੀਫ ਹੈ, ਕੋਈ ਨਾ ਕੋਈ ਦਰਦ ਹੈ, ਕੋਈ ਤਕਲੀਫ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਇਹ ਕੋਈ ਬਾਣੀ ਨਹੀਂ ਹੈ, ਮੈਂ ਉੱਦਾਂ ਹੀ ਤੁਕ ਬਣਾ ਕੇ ਆਪ ਜੀ ਦੇ ਸਾਹਮਣੇ ਰੱਖੀ ਹੈ ਕਿ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ, ਪਰੇਸ਼ਾਨ ਹੈ। ਤੇ ਕੌਣ ਦੁੱਖ ਨੂੰ ਨਹੀਂ ਮਾਣ ਰਿਹਾ? ਸੰਸਾਰ ਦੇ ਵਿੱਚ ਹਰ ਇੱਕ ਇਨਸਾਨ ਦੁੱਖ ਨੂੰ ਮਾਣ ਰਿਹਾ, ਹਰ ਇੱਕ ਇਨਸਾਨ ਨੂੰ ਦੁੱਖ ਹੈ, ਤਕਲੀਫ ਹੈ। ਤੇ ਸਾਨੂੰ ਇਸ ਭਵਸਾਗਰ ਤੋਂ ਕੌਣ ਪਾਰ ਕਰ ਸਕਦਾ ਹੈ ਤੇ ਸਾਡਾ ਹਲਤ ਤੇ ਪਲਤ ਕੌਣ ਸਵਾਰ ਸਕਦਾ ਹੈ? ਸਤਿਗੁਰ ਤੁਮਰੇ ਕਾਜ ਸਵਾਰੇ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਤੇ ਕਹਿੰਦੇ ਨੇ ਕਿ ਸਤਿਗੁਰ ਤੁਮਰੇ ਕਾਜ ਸਵਾਰੇ, ਸਾਡੇ ਕਾਜ ਕੌਣ ਸਵਾਰ ਸਕਦਾ ਹੈ? ਸਾਡਾ ਦੁੱਖ ਕੌਣ ਦੂਰ ਕਰ ਸਕਦਾ ਹੈ? ਸਾਨੂੰ ਸਹੀ ਰਾਹ ਕੌਣ ਪਾ ਸਕਦਾ ਹੈ? ਸਾਨੂੰ ਸਹੀ ਰਾਹ, ਸਾਡੀ ਬਿਮਾਰੀ ਦੂਰ, ਸਾਡੇ ਦੁੱਖ ਦੂਰ ਉਹ ਕਰ ਸਕਦਾ ਹੈ ਜਿਹੜਾ ਆਪ ਦੁਖੀ ਨਾ ਹੋਵੇ, ਜਿਹਨੂੰ ਆਪ ਰਾਹ ਦਾ ਪਤਾ ਹੋਵੇ। ਰਾਹ ਸਾਨੂੰ ਉਹੀ ਦੱਸ ਸਕਦਾ ਜਿਹਨੂੰ ਰਾਹ ਦਾ ਪਤਾ ਹੋਵੇ। ਸਾਨੂੰ ਰਾਹ ਵੀ ਉਹੀ ਦੱਸ ਸਕਦਾ ਹੈ ਜਿਹਨੂੰ ਰਾਹ ਦਾ ਪਤਾ ਹੋਵੇ ਕਿ ਇਹ ਰਾਹ ਇਸ ਤਰੀਕੇ ਦੇ ਨਾਲ ਜਾਂਦਾ। ਤੇ ਉਹ ਸੱਚਾ ਗੁਰੂ ਕਿਸ ਤਰੀਕੇ ਦੇ ਨਾਲ ਮਿਲੇਗਾ? ਕਿਉਂਕਿ ਦੁਨੀਆ ਦੇ ਵਿੱਚ ਸਾਨੂੰ ਕਰਮ ਕਾਂਡਾਂ ਨੇ, ਇਹਨਾਂ ਵਹਿਮਾਂ ਭਰਮਾਂ ਨੇ ਆਪਣੀ ਗ੍ਰਿਫਤ ਵਿੱਚ ਇਸ ਤਰੀਕੇ ਦੇ ਨਾਲ ਦਬੋਚ ਲਿਆ, ਇਸ ਤਰੀਕੇ ਦੇ ਨਾਲ ਸਾਡੇ ਤੇ ਕਬਜ਼ਾ ਕਰ ਲਿਆ ਕਿ ਅਸੀਂ ਸਹੀ ਸੋਚਣਾ ਹੀ ਬੰਦ ਕਰ ਦਿੱਤਾ ਹੈ, ਅਸੀਂ ਸਹੀ ਰਾਸਤੇ ਜਾਣਾ ਹੀ ਬੰਦ ਕਰ ਦਿੱਤਾ ਹੈ, ਅਸੀਂ ਸਹੀ ਰਾਸਤੇ ਤੁਰਨਾ ਹੀ ਬੰਦ ਕਰ ਦਿੱਤਾ ਹੈ। ਇਹਨਾਂ ਕਰਮਾਂ ਨੇ, ਕਾਂਡਾਂ ਨੇ, ਪਖੰਡਾਂ ਨੇ, ਭਰਮਾਂ ਨੇ, ਇਹ ਦੇਹਧਾਰੀ ਗੁਰੂਆਂ ਨੇ, ਇਹ ਦੇਹਧਾਰੀ ਗੁਰੂ ਜਦੋਂ ਤੱਕ ਠੀਕ ਰਹਿੰਦੇ ਨੇ ਸਾਡੇ ਉੱਤੇ ਰਾਜ ਕਰਦੇ ਨੇ, ਪਰ ਜਦੋਂ ਇਹ ਬਿਮਾਰ ਹੁੰਦੇ ਨੇ ਇਹ ਕਿੱਥੇ ਜਾਂਦੇ ਨੇ? ਇਹ ਵੀ ਦਵਾ ਲੈਣ ਜਾਂਦੇ ਨੇ ਨਾ ਸਾਡੇ ਵਾਂਗ। ਤੇ ਇਸ ਕਰਕੇ ਇਹਨਾਂ ਵਿੱਚ ਸਾਡੇ ਵਿੱਚ ਕੋਈ ਬਹੁਤਾ ਫਰਕ ਨਹੀਂ। ਇਸ ਕਰਕੇ ਇਹਨਾਂ ਤੋਂ ਬਾਹਰ ਨਿਕਲੀਏ, ਸੱਚੇ ਗੁਰੂ ਵੱਲ ਨੂੰ ਤੁਰੀਏ, ਕਿਉਂਕਿ ਇਹਨਾਂ ਨੇ ਤਾਂ ਆਪ ਡੁੱਬ ਜਾਣਾ, ਉਹ ਸਾਨੂੰ ਕਿਵੇਂ ਡੁਬੋ ਸਕਦੇ ਨੇ? ਅਸੀਂ ਕਿੰਨਾ ਕੁਝ ਵੇਖ ਰਹੇ ਹਾਂ, ਸਾਡੇ ਵੇਖਦਿਆਂ ਹੋਇਆਂ ਕਿੰਨੇ ਦੇਹਧਾਰੀ ਗੁਰੂ ਆਪਣਾ ਸਰੀਰ ਤਿਆਗ ਕੇ ਚਲੇ ਗਏ ਨੇ। ਕੋਈ ਜੇਲ੍ਹਾਂ ਦੇ ਵਿੱਚ ਬੈਠਾ, ਕੋਈ ਭੈੜੇ ਕਰਮਾਂ ਦੇ ਮੁਤਾਬਕ ਭੈੜੇ ਕਰਮ ਕਰਕੇ ਬਦਨਾਮੀ ਦੇ ਛਿੱਟੇ ਆਪਣੇ ਚਿੱਟੇ ਦਾਮਨ ਤੇ ਲੈ ਕੇ ਬੈਠਾ। ਤੇ ਸੱਚਾ ਗੁਰੂ ਜਿਹੜਾ ਹੈ ਸਾਨੂੰ ਉਹੀ ਸਹੀ ਰਾਹ ਦੇ ਉੱਤੇ ਤੋਰ ਸਕਦਾ ਹੈ। ਤੇ ਅਸੀਂ ਕਰਮ ਕਾਂਡਾਂ ਦੇ ਵਿੱਚ ਪੈ ਕੇ, ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਅਸੀਂ ਸਹੀ ਰਾਹ ਨੂੰ ਭੁੱਲ ਗਏ ਹਾਂ, ਸਹੀ ਗੁਰੂ ਨੂੰ ਭੁੱਲ ਗਏ ਹਾਂ।
करम धर्म पाखंड जो दिसै तिन जम जागाती लूटै निर्वाण निर्वाण कीर्तन गावो कमर करते का निमख सिमरत जित छूटै करम धर्म पाखंड जो दिसै ये सारे ਜਿਹੜੇ ਅਸੀਂ ਵੇਖ ਰਹੇ ਹਾਂ ਤਿੰਨ ਜਮ ਜਾਗਾਤੀ ਲੁੱਟ ਹੈ ਇਹ ਜਮਾਂ ਦੀ ਗ੍ਰਿਫਤ ਵਿੱਚ ਆ ਕੇ ਅਸੀਂ ਇਹਨਾਂ ਦੇ ਵਿੱਚ ਲੁੱਟੇ ਜਾ ਰਹੇ ਹਾਂ ਸਾਡੇ ਉੱਤੇ ਇਹਨਾਂ ਦਾ ਕਬਜ਼ਾ ਹੋਇਆ ਪਿਆ ਸਾਨੂੰ ਇਹਨਾਂ ਤੋਂ ਕੌਣ ਬਾਹਰ ਕੱਢ ਸਕਦਾ ਹੈ ਜਿਹਨੂੰ ਇਹਦੀ ਨੌਲੇਜ ਹੋਵੇਗੀ ਜਿਹਨੂੰ ਇਹਦਾ ਗਿਆਨ ਹੋਵੇਗਾ ਉਹੀ ਸਾਨੂੰ ਇਹਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਇਹਨਾਂ ਵਹਿਮਾਂ ਪਰਮਾਂ ਪਖੰਡਾਂ ਤੋਂ ਬਾਹਰ ਕੱਢ ਸਕਦਾ ਹੈ ਤੇ ਖਿਆਲ ਕਰਨਾ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਕਰਮ ਕਾਂਡਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹੈਵੀ ਹੈ ਇਸ ਤਰੀਕੇ ਦੇ ਨਾਲ ਭਾਰੂ ਹੈ ਭਾਵੇਂ ਹਾਥੀ ਵੱਡੇ ਆਕਾਰ ਦਾ ਹੋਵੇ ਹਾਥੀ ਭਾਵੇਂ ਵੱਡੇ ਆਕਾਰ ਦਾ ਹੋਵੇ ਸ਼ੇਰ ਭਾਵੇਂ ਛੋਟੇ ਆਕਾਰ ਦਾ ਹੋਵੇ ਇੱਕ ਸ਼ੇਰ ਵੱਡੇ ਆਕਾਰ ਦੇ ਹਾਥੀ ਦੇ ਉੱਤੇ ਇਸ ਤਰੀਕੇ ਦੇ ਨਾਲ ਹਾਵੀ ਹੁੰਦਾ ਹੈ ਦੰਭ ਮਤੰਗੈ ਕੋ ਸ਼ਰ ਕੇ ਸ਼ਰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਹਿੰਦੇ ਨੇ ਕਿ ਇੱਕ ਵੱਡੇ ਆਕਾਰ ਦੇ ਹਾਥੀ ਦੇ ਉੱਤੇ ਇੱਕ ਸ਼ੇਰ ਹਾਵੀ ਹੁੰਦਾ ਉਸੇ ਤਰੀਕੇ ਦੇ ਨਾਲ ਇਹਨਾਂ ਕਰਮ ਧਰਮ ਇਹ ਕਰਮ ਕਾਂਡ ਪਰਮ ਭੁਲੇਖੇ ਜਿਹੜੇ ਨੇ ਕਰਮ ਕਾਂਡ ਨੇ ਇਹ ਪਾਖੰਡ ਜਿਹੜੇ ਨੇ ਇਹਨਾਂ ਦੇ ਉੱਤੇ ਪਰਮਾਤਮਾ ਦਾ ਨਾਮ ਇਸ ਤਰੀਕੇ ਦੇ ਨਾਲ ਹੈਵੀ ਹੈ ਇਸ ਤਰੀਕੇ ਦੇ ਨਾਲ ਭਾਰੂ ਹੈ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਇਨਸਾਨ ਸੰਸਾਰਕ ਵਸਤੂਆਂ ਨੂੰ ਭੋਗ ਰਿਹਾ ਹੈ उस इंसान ਨੂੰ दुख है उस इंसान ਨੂੰ तकलीफ है ਇਹ ਗੱਲ ਮੰਨਣ ਵਾਲੀ ਹੈ ਜਿਹੜਾ ਇਨਸਾਨ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਸੰਸਾਰਕ ਵਸਤੂਆਂ ਨੂੰ ਭੋਗ ਰਿਹਾ ਹੈ ਉਹਨੂੰ ਦੁੱਖ ਹੈ ਉਹਨੂੰ ਤਕਲੀਫ ਹੈ ਭੋਗੰ ਸੰਸਕ੍ਰਿਤੀ ਦੇ ਵਿੱਚ ਲਿਖਿਆ ਭੋਗੰ ਤਾਂ ਰੋਗੰ ਭਾਵ ਜਿਹੜਾ ਇਨਸਾਨ ਸੰਸਾਰਕ ਵਸਤੂਆਂ ਨੂੰ ਭੋਗੇਗਾ ਜਾਂ ਭੋਗ ਰਿਹਾ ਹੈ ਉਸ ਸਰੀਰ ਨੂੰ ਦੁੱਖ ਵੀ ਹੋਣਗੇ उस शरीर ਨੂੰ तकलीफां भी होणगियां ਤੇ ਇਹਨਾਂ ਪਰਮਾਂ ਤੋਂ ਪਖੰਡਾਂ ਤੋਂ ਦੁੱਖ ਤਕਲੀਫਾਂ ਤੋਂ ਸਾਨੂੰ ਇੱਕੋ ਹੀ ਚੀਜ਼ ਬਾਹਰ ਕੱਢ ਸਕਦੀ ਹੈ ਉਹ ਹੈ ਪਰਮਾਤਮਾ ਦਾ ਸਿਮਰਿਆ ਹੋਇਆ ਇੱਕ ਨਾਮ ਤੇ ਅਸੀਂ ਇਹਨਾਂ ਤੋਂ ਬਾਹਰ ਨਿਕਲੀਏ ਇਹਨਾਂ ਪਰਮਾਂ ਤੋਂ ਬਾਹਰ ਨਿਕਲੀਏ ਇਦਾਂ ਕਰਨ ਦੇ ਨਾਲ ਇਹ ਵਾਇਰਸ ਖਤਮ ਹੋ ਜਾਏਗਾ ਇਹ ਕੁਝ ਕਰਨ ਦੇ ਨਾਲ ਇਦਾਂ ਕਰਨ ਦੇ ਨਾਲ ਵਾਇਰਸ ਖਤਮ ਹੋ ਜਾਏਗਾ ਸਾਨੂੰ ਆਪਣੇ ਆਪ ਨੂੰ ਲੋੜ ਹੈ ਆਪਣਾ ਧਿਆਨ ਰੱਖਣ ਦੀ ਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਸਾਨੂੰ ਔਖੇ ਵੇਲੇ ਦੇ ਵਿੱਚ ਉਸ ਮਾਲਕ ਨੇ ਹੀ ਦੁੱਖ ਤੋਂ ਬਾਹਰ ਕੱਢਿਆ ਹੈ ਤੇ ਕੱਢੇਗਾ ਉਹ ਪਹਿਲਾਂ ਵੀ ਪਰਮਾਤਮਾ ਨੇ ਸਾਨੂੰ ਕਿੰਨੀ ਵਾਰ ਦੁੱਖਾਂ ਤੋਂ ਬਾਹਰ ਕੱਢਿਆ ਤੇ ਅੱਗਾ ਵੀ ਸਾਨੂੰ ਦੁੱਖ ਤੋਂ ਬਾਹਰ ਕੱਢੇਗਾ ਜਦੋਂ ਦਿੱਲੀ ਦੇ ਵਿੱਚ ਚਿਚਕ ਦੀ ਬਿਮਾਰੀ ਫੈਲੀ ਸੀ ਨਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਜਦੋਂ ਕਿ ਦਿੱਲੀ ਵਿੱਚ ਆਏ ਸਨ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਹੈ ਸਾਰੀ ਦਿੱਲੀ ਦੀ ਬਿਮਾਰੀ ਉਹਨਾਂ ਨੇ ਆਪਣੇ ਉੱਤੇ ਲੈ ਲਈ ਸੀ ਕਿਉਂਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਕੋਈ ਇਹੋ ਜੀ ਕਰਾਮਾਤ ਮਾਲਕ ਨੇ ਵਰਤਾ ਦੇਣੀ ਹੈ ਆ ਤੁਸੀਂ ਤੁਹਾਡੀ ਅੱਖਾਂ ਦੇ ਸਾਹਮਣੇ ਵੇਖਦਿਆਂ ਇਹ ਸਾਰਾ ਕੁਝ ਠੀਕ ਹੋ ਜਾਏਗਾ ਪਰ ਇਹ ਦੁੱਖ ਉਹ ਤਕਲੀਫ ਜਿਹੜੀਆਂ ਨੇ ਇਹ ਕੱਪੜੇ ਦੇ ਨਿਆਈ ਹੈ ਇਹ ਤਾਂ ਸਾਰਿਆਂ ਨੂੰ ਆਉਣੇ ਹੀ ਨੇ ਪਰ ਸਾਨੂੰ ਡੋਲਣਾ ਨਹੀਂ ਅਸੀਂ ਇਹਨਾਂ ਭਰਮਾਂ ਦੇ ਪਿੱਛੇ ਨਹੀਂ ਭੱਜਣਾ ਪਖੰਡਾਂ ਦੇ ਪਿੱਛੇ ਨਹੀਂ ਜਾਣਾ ਇੱਥੋਂ ਤੱਕ ਮੇਰੇ ਅੱਖਾਂ ਦੇ ਸਾਹਮਣੇ ਵੇਖਦਿਆਂ ਲੰਡਨ ਦੇ ਵਿੱਚ ਮੈਂ ਇੱਕ ਦਿਨ ਮੈਂ ਕੀਰਤਨ ਕਰ ਰਿਹਾ ਸੀ ਕੀਰਤਨ ਕਰਦਿਆਂ ਮੇਰੀ ਅੱਖ ਸਾਹਮਣੇ ਗੋਲਕ ਦੇ ਉੱਤੇ ਜਾ ਕੇ ਪਈ ਤੇ ਮੈਂ ਕੀ ਵੇਖਦਾ ਕਿ ਗੋਲਕ ਦੇ ਉੱਤੇ ਇੰਨਾ ਵੱਡਾ ਇੱਕ ਲਿਫਾਫਾ ਗੋਲਕ ਦੇ ਉੱਤੇ ਕਿੰਨਾ ਵੱਡਾ ਲਿਫਾਫਾ ਰੱਖਿਆ ਹੋਇਆ ਛੋਟਾ ਜਿਹਾ ਤੇ ਉਸ ਲਿਫਾਫੇ ਦੇ ਵਿੱਚ ਕੋਈ ਲਾਲ ਰੰਗ ਦਾ ਕੋਈ ਸਮਾਨ ਪਿਆ ਹੋਇਆ ਮੈਂ ਕੀਰਤਨ ਕਰਾਂ ਤੇ ਕੀਰਤਨ ਕਰਦਿਆਂ ਮੇਰੇ ਮਨ ਵਿੱਚ ਇੱਕ ਵਿਚਾਰ ਜੀ ਆਉਣ ਲੱਗ ਪਈ ਵੀ ਇਹ ਲਿਫਾਫਾ ਇੱਥੇ ਕਿਉਂ ਰੱਖਿਆ ਲੱਗਦਾ ਤਾਂ ਕੋਈ ਮਹਿੰਗਾ ਲਿਫਾਫਾ ਹੈ ਜਾਂ ਤਾਂ ਕੈਸ਼ੀਅਰ ਨੂੰ ਦੇਣਾ ਸੀ ਹੋ ਸਕਦਾ ਕੋਈ ਮਹਿੰਗੀ ਚੀਜ਼ ਹੋਵੇ ਕੋਈ ਹੋਰ ਨਾ ਚੁੱਕ ਕੇ ਲੈ ਜਾਏ ਤੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਆਨੰਦ ਸਾਹਿਬ ਸਾਰੀ ਸਮਾਪਤੀ ਹੋਣ ਤੋਂ ਬਾਅਦ ਜਦੋਂ ਮੈਂ ਉੱਥੇ ਗਿਆ ਮੈਂ ਜਾ ਕੇ ਕੀ ਵੇਖਦਾ ਗੋਲਕ ਦੇ ਉੱਤੇ ਉਹ ਜਿਹੜਾ ਲਿਫਾਫਾ ਹੈ ਉਹ ਲਿਫਾਫਾ ਜਦੋਂ ਮੈਂ ਖੋਲ੍ਹਿਆ ਉਹ ਲਿਫਾਫੇ ਦੇ ਵਿੱਚ 2 ਰਿੰਗ ਸੀਗੀਆਂ ਰਿੰਗ
ਇਹ ਅੰਗੂਠੀਆਂ। ਉਹ ਅੰਗੂਠੀਆਂ ਦੇ ਵਿੱਚ ਦੋ ਨਗ ਲੱਗੇ ਹੋਏ ਨੇ, ਇੱਕ ਨਗ ਚਿੱਟਾ ਹੈ ਤੇ ਇੱਕ ਨਗ ਜਿਹੜਾ ਹੈ ਉਹ ਕਾਲਾ ਹੈ, ਸਫੇਦ ਨਗ ਤੇ ਕਾਲਾ ਨਗ। ਉਹ ਅੰਗੂਠੀਆਂ ਪਿੱਤਲ ਦੇ ਕਈ ਤਰ੍ਹਾਂ ਦੇ ਧਾਤੂਆਂ ਦੇ ਨਾਲ ਬਣਾਈਆਂ ਹੋਈਆਂ ਸਨ ਤੇ ਉਹਦੇ ਵਿੱਚ ਤੇਲ ਪਾਇਆ ਹੋਇਆ ਸੀ ਸਰੋਂ ਦਾ, ਤੇ ਨਾਲ ਪਾਈ ਹੋਈ ਸੀ ਸਿੰਦੂਰ, ਜਿਹੜੀਆਂ ਲੇਡੀਜ਼ ਲਗਾਉਂਦੀਆਂ ਨੇ ਸਿੰਦੂਰ ਪਾਇਆ ਹੋਇਆ ਸੀ। ਤੁਸੀਂ ਆਹ ਵੇਖ ਲਓ ਕਿ ਇਹਨਾਂ ਦੇਹਧਾਰੀਆਂ ਨੇ ਲੋਕਾਂ ਨੂੰ ਇੰਨੇ ਭਰਮ ਭੁਲੇਖਿਆਂ ਦੇ ਵਿੱਚ ਪਾਇਆ ਹੋਇਆ ਕਿ ਤੁਸੀਂ ਇਦਾਂ ਕਰੋਗੇ ਤੇ ਤੁਹਾਡਾ ਇਹ ਕੁਝ ਹੋ ਜਾਏਗਾ, ਤੁਹਾਡੀ PR ਆ ਜਾਏਗੀ, ਤੁਹਾਡਾ ਪਾਸਪੋਰਟ ਆ ਜਾਏਗਾ। ਇਹਨਾਂ ਭੁਲੇਖਿਆਂ ਦੇ ਵਿੱਚ ਪਾਇਆ ਹੋਇਆ ਲੋਕਾਂ ਨੂੰ। ਤੇ ਸਾਨੂੰ ਲੋੜ ਹੈ ਅੱਜ ਜਾਗਰੂਕ ਹੋਣ ਦੀ। ਅਸੀਂ ਜਾਗਰੂਕ ਹੋਵਾਂਗੇ, ਅਸੀਂ ਸੁਚੇਤ ਹੋਵਾਂਗੇ ਤਾਂ ਇਹਨਾਂ ਦੁੱਖਾਂ ਤੋਂ ਦੂਰ ਹੋ ਸਕਦੇ ਹਾਂ। ਇਹਨਾਂ ਕਰਮ ਕਾਂਡਾਂ ਦੇ ਨਾਲ, ਪਖੰਡਾਂ ਦੇ ਨਾਲ ਅਸੀਂ ਬਾਹਰ ਨਹੀਂ ਆ ਸਕਦੇ। ਇਦਾਂ ਕਰਨ ਦੇ ਨਾਲ ਜਾਂ ਖੜਕਾਉਣ ਦੇ ਨਾਲ ਜਾਂ ਹੋਰ ਕੁਝ ਕਰਨ ਦੇ ਨਾਲ ਕੁਝ ਨਹੀਂ ਹੋਣਾ। ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਉਸ ਗੁਰੂ ਦੇ ਉੱਤੇ ਨਿਸ਼ਚਾ ਰੱਖਣ ਦੀ ਲੋੜ ਹੈ। ਤੁਸੀਂ ਇਹ ਨਾ ਸੋਚਿਓ ਉਹ ਮਾਲਕ ਨੂੰ ਸਾਡੀ ਚਿੰਤਾ ਨਹੀਂ, ਉਹ ਸਾਨੂੰ ਨਹੀਂ ਵੇਖ ਰਿਹਾ। ਕਈ ਵਾਰ ਕੀ ਹੁੰਦਾ ਹੈ, ਕਦੇ ਸੱਟ ਵੱਜੇ ਨਾ, ਕਿਤੇ ਸੱਟ ਵੱਜੀ ਹੋਵੇ ਨਾ, ਜ਼ਿਆਦਾ ਗਹਿਰੀ ਡੂੰਘੀ ਸੱਟ ਵੱਜੇ, ਉਸ ਸੱਟ ਨੂੰ ਠੀਕ ਹੋਣ ਦੇ ਲਈ ਥੋੜੀ ਸੱਟ ਹੋਵੇ ਤੇ ਹਫ਼ਤੇ 2 ਹਫ਼ਤੇ ਦੇ ਵਿੱਚ ਥੋੜਾ ਜਿਹਾ ਆਰਾਮ ਆ ਜਾਂਦਾ ਹੈ, ਵੱਧ ਤੋਂ ਵੱਧ ਮਹੀਨੇ 'ਚ ਠੀਕ ਹੋ ਜਾਂਦੀ ਹੈ। ਸੱਟ ਕਿਤੇ ਗਹਿਰੀ ਹੋਵੇ ਨਾ ਤੇ ਉਹਦੇ ਵਿੱਚ ਮਾਂਸ ਬਣਦਾ ਹੈ, ਉਹਦੀਆਂ ਤੈਹਾਂ ਬਣਦੀਆਂ, ਉਹਦੇ ਉੱਤੇ ਸਕਿਨ ਬਣਦੀ ਹੈ, ਕਾਫੀ ਟਾਈਮ ਲੱਗ ਜਾਂਦਾ ਹੈ। ਤੇ ਇਹ ਜਿਹੜਾ ਸਿਚੁਏਸ਼ਨ ਹੈ, ਜਿਹੜੀ ਇਹ ਬਿਮਾਰੀ ਹੈ, ਉਹ ਬਹੁਤ ਵੱਡੀ ਹੈ, ਇਹਨੂੰ ਸਮਾਂ ਲੱਗ ਰਿਹਾ। ਮਾਲਕ ਨੇ ਇਹੋ ਜਿਹੀ ਵਿਧ ਵਰਤਾ ਦੇਣੀ ਹੈ, ਇਹ ਸਾਰਾ ਕੁਝ ਆਪਣੇ ਆਪ ਸਭ ਕੁਝ ਠੀਕ ਹੋ ਜਾਏਗਾ। ਤੇ ਕੁਝ ਲੋਕ ਜਿਹੜੇ ਨੇ ਜਿਹੜੇ ਪਰਮ ਭੁਲੇਖਿਆਂ ਵਿੱਚ ਜਾ ਕੇ ਇਹਨਾਂ ਦੇਹਧਾਰੀ ਗੁਰੂਆਂ ਦੇ ਮਗਰ ਲੱਗ ਜਾਂਦੇ ਨੇ ਤੇ ਦੇਹਧਾਰੀ ਗੁਰੂਆਂ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦੇ ਨੇ। ਤੇ ਕੁਝ ਲੋਕ ਐਦਾਂ ਦੇ ਵੀ ਨੇ ਜਿਹੜੇ ਕਿ ਚਿੱਟੇ ਲਿਬਾਸ ਦੇ ਵਿੱਚ ਮੱਥਾ ਵੀ ਟੇਕਣਗੇ, ਗੁਰਦੁਆਰਾ ਸਾਹਿਬ ਵਿੱਚ ਵੀ ਆਉਣਗੇ, ਬਾਣੀ ਵੀ ਪੜ੍ਹਨਗੇ, ਅੱਖਾਂ ਵੀ ਬੰਦ ਕਰਨਗੇ ਤੇ ਸਿੱਧੇ ਹੋ ਕੇ ਬੈਠਣਗੇ ਵੀ। ਪਰ ਉਹ ਲੱਭਦੇ ਕੀ ਨੇ? ਕਦੇ ਧਿਆਨ ਕਰਿਓ, ਉਹ ਲੱਭਦੇ ਕੀ ਨੇ? ਇੱਕ ਬਗਲੇ ਦੇ ਨਿਆਈ ਬੈਠੇ ਹੁੰਦੇ ਨੇ, ਉਹ ਮੱਛੀ ਭਾਲਦੇ ਨੇ, ਕਦੋਂ ਮੱਛੀ ਆਵੇ ਤੇ ਕਦੋਂ ਮੈਂ ਉਹਨੂੰ ਫੜਾਂ, ਕਦੋਂ ਕਿੰਨੇ ਕੀ ਗਲਤੀ ਕੀਤੀ ਮੈਂ ਉਹਨੂੰ ਫੜਾਂ। ਇੱਕ ਵਾਰ ਦੀ ਵਾਰਤਾ ਮੈਂ ਆਪ ਜੀ ਨਾਲ ਸ਼ੇਅਰ ਕਰਨੀ ਚਾਹੁੰਦਾ। ਸਮਾਂ ਸੀ ਕਿਹੜਾ ਮਹੀਨਾ ਮੈਨੂੰ ਕੁਝ ਚੇਤੇ ਨਹੀਂ ਆ ਰਿਹਾ। ਮੈਂ 1 ਘੰਟਾ ਕੀਰਤਨ ਕਰਕੇ ਉੱਠਿਆ, ਮਨ ਬੜਾ ਪ੍ਰਸੰਨ ਸੀ, ਮੈਨੂੰ ਖੁਸ਼ੀ ਹੋ ਰਹੀ ਸੀ ਕਿ ਸੰਗਤ ਸਾਰੀ ਨਾਲ ਬੋਲ ਰਹੀ ਹੈ, ਬੜਾ ਪਿਆਰ ਸਤਿਕਾਰ ਦੇ ਰਹੀ ਹੈ, ਨਾਲ ਪਿੱਛੇ ਬੋਲ ਰਹੇ ਨੇ। ਤੇ ਜਦੋਂ ਸਟੇਜ ਤੋਂ ਨਿਕਲ ਕੇ ਮੈਂ ਬਾਹਰ ਆਇਆ, ਅਰਦਾਸ ਤੋਂ ਬਾਅਦ ਲੰਗਰ ਛਕਣ ਤੋਂ ਪਹਿਲਾਂ ਸੰਗਤ ਨੇ ਮੈਨੂੰ ਆ ਕੇ ਕਿਹਾ ਵੀ ਬੜਾ ਆਨੰਦ ਆਇਆ, ਬੜਾ ਚੰਗਾ ਲੱਗਿਆ। ਉਸ ਤੋਂ ਉਪਰੰਤ 5 ਮਿੰਟ ਤੋਂ ਬਾਅਦ ਸੰਗਤ ਵਿੱਚੋਂ ਇੱਕ ਇਹੋ ਜਿਹਾ ਇਨਸਾਨ ਉੱਠ ਕੇ ਆਉਂਦਾ ਹੈ, ਆ ਕੇ ਕਹਿੰਦਾ, ਭਾਈ ਸਾਹਿਬ ਜੀ ਆਪ ਜੀ ਨਾਲ ਇੱਕ ਗੱਲ ਕਰਨੀ ਹੈ। ਇਕੱਲੇ ਦੇ ਵਿੱਚ ਗੱਲ ਕਰਨੀ ਨਹੀਂ, ਉਹਨੇ ਸਾਰੇ ਦੇ ਸਾਹਮਣੇ ਗੱਲ ਕਰਨੀ ਹੈ। ਮੈਂ ਕਿਹਾ ਜੀ ਠੀਕ ਹੈ, ਕਰੋ ਗੱਲ। ਕਹਿੰਦੇ ਪਹਿਲਾਂ ਲੰਗਰ ਛਕ ਲਓ। ਮੈਂ ਕਿਹਾ ਮੈਂ ਛਕ ਲਿਆ, ਤੁਸੀਂ ਗੱਲ ਕਰੋ। ਕਹਿੰਦੇ ਜੇ ਤੁਸੀਂ ਕੀਰਤਨ ਕਰਦੇ ਤੇ ਕਹਿੰਦੇ ਕੀਰਤਨ ਇਹੋ ਜਿਹਾ ਕਰਿਆ ਕਰੋ, ਜਿਹੜਾ ਮਹੀਨਾ ਚੱਲ ਰਿਹਾ ਉਸ ਮਹੀਨੇ ਦੇ ਹਿਸਾਬ ਨਾਲ ਉਹ ਰਾਗ ਪੜਿਆ ਕਰੋ। ਮੈਂ ਕਿਹਾ ਜੀ ਤੁਸੀਂ ਥੋੜਾ ਲੇਟ ਹੋ ਗਏ ਸੀ, ਜਦੋਂ ਕੀਰਤਨ ਦੀ ਆਰੰਭਤਾ ਹੋਈ ਸੀ ਤੇ ਆਪਾਂ ਉਹ ਰਾਗ ਸ਼ੁਰੂ ਦੇ ਵਿੱਚ ਪੜਿਆ ਸੀ ਤੇ ਪਹਿਲਾਂ ਆਪਾਂ ਰਾਗ ਪੜ੍ਹ ਕੇ ਉਸ ਤੋਂ ਬਾਅਦ ਹੀ ਕੀਰਤਨ ਅੱਗੇ ਵਧਾਇਆ। ਹੋਰ ਸ਼ਬਦ ਪੜ੍ਹੇ ਨੇ, ਸਿਮਰਨ ਵੀ ਕੀਤਾ ਹੈ, ਆਪਾਂ ਰਾਗ ਵੀ ਪੜ੍ਹਿਆ, ਉਸ ਤੋਂ ਬਾਅਦ ਹੋਰ ਸ਼ਬਦ ਪੜ੍ਹੇ ਨੇ। ਕਹਿੰਦੇ ਨੇ ਕਿ ਸਾਰਾ ਕੀਰਤਨ ਉਸੇ ਹੀ ਰਾਗ ਵਿੱਚ ਕਰਨਾ ਸੀ। ਤੇ ਕਹਿੰਦੇ ਤੁਸੀਂ ਕਲਿਆਣ ਰਾਗ ਦਾ ਬਸ ਸ਼ਬਦ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੇ ਤੁਸੀਂ ਰਾਗ ਕੋਈ ਹੋਰ ਲਾਇਆ ਹੋਇਆ ਸੀ, ਮਤਲਬ ਕਿ ਟਿਊਨ ਕੋਈ ਹੋਰ ਸੀ ਤੇ ਜਿਹੜਾ ਸ਼ਬਦ ਸੀ ਕਲਿਆਣ ਰਾਗ ਦੇ ਵਿੱਚ ਸੀ। ਤੇ ਮੈਂ ਉਹਨਾਂ ਨੂੰ ਦੱਸਿਆ ਕਲਿਆਣ ਰਾਗ ਦੀਆਂ ਇਹ ਸੁਰਾਂ ਨੇ, ਤੇ ਉਹ ਰਾਗ ਦੇ ਵਿੱਚ 3 ਤਾਲ ਵਿੱਚ ਨਾ ਪੜ੍ਹ ਕੇ ਮੈਂ ਇਹਨੂੰ ਕੈਰਵੇ ਦੇ ਵਿੱਚ ਉਹਨਾਂ ਹੀ ਸੁਰਾਂ ਦੇ ਵਿੱਚ ਮੈਂ ਸ਼ਬਦ ਨੂੰ ਪੜ੍ਹਿਆ। ਰਾਗ ਉਹੀ ਹੈ। ਇਹਦਾ ਮਤਲਬ ਇਹ ਨਹੀਂ ਕਿ ਮੈਂ 3 ਤਾਲ ਵਿੱਚ ਨਹੀਂ ਪੜ੍ਹਿਆ ਤੇ ਇਹ ਰਾਗ 'ਚ ਬਦਲ ਗਿਆ। ਤੇ ਉਸ ਬੰਦੇ ਨੇ ਗੁਰਦੁਆਰੇ ਵਿੱਚ ਆਉਣਾ ਬੰਦ ਕਰ ਦਿੱਤਾ। ਮੈਂ 6 ਮਹੀਨੇ ਉਸ ਜਗ੍ਹਾ ਤੇ ਰਿਹਾ, ਬੰਦਾ ਦੁਬਾਰਾ ਗੁਰਦੁਆਰਾ ਸਾਹਿਬ ਵਿੱਚ ਨਹੀਂ ਪੜ੍ਹਿਆ। ਭਾਵ ਕਿ ਅਸੀਂ ਗੁਰਦੁਆਰਾ ਸਾਹਿਬ ਕਈ ਤਾਂ ਟੁੱਟ ਜਾਂਦੇ ਨੇ ਭਰਮ ਭੁਲੇਖਿਆਂ ਦੇ ਵਿੱਚ
इन्हां देहधारी गुरुआं दे चक्कर च। कई असी जिहड़े जुड़े होए हैं ना, असी बगलियां दे न्याई बैठ जाते हैं, जिवें बगला बैठा हुंदा ना उदां बैठ जाने। असी लभदे हां गलती कौन की कर रहा, किस गुरुद्वारे दे विच किन्ने की गलती कीती, असी वो भालदे हां, वो लभदे रहने हां। कोई गलती करे तो असी इनू फड़ीए, कोई गलती करे असी इनू फड़ीए। पर ख्याल करो गुरु की बाणी विच लिखिया है, हंसा हीरा मोती चुगना बग डड्डा, डड्डा बिंदी लगी हुई है, डड्डा डड्डूआं नूं डड्डा भालन जावे। हंसा दा काम है हंसा हीरा मोती चुगना। जिहड़े हंस होंदे ने ना वो मोती चुगदे ने, ते जिहड़े बगले होंदे ने ना वो की करदे ने, वो गंद खांदे आ। ते डड्डूआं नूं लभदे ने, हंसा हीरा मोती चुगना बग डड्डा भालन जावे। वो डड्डूआं नूं पालदा, मच्छियां नूं पालदा। समाधि ला के बैठा होवेगा, मच्छी आई पड़क फड़ के उन्होंने खा जाएगा। भाव उनका काम है कि वह संगत विच बैठ के भी, संगत विच बैठ के भी वो अपने आप नूं एक बगले दे न्याई उत्थे गलतियां भालदा, ते कदों कोई गलती करे ते कदों मैं उन्होंने फड़ा। पर ख्याल करना गुरसिख हंस दा ये कम नहीं। गुरसिख हंस दा की कम है, हंसा हीरा मोती चुगना बग डड्डा पालन जावे। गुरसिख हंस दा काम है जिथे मर्जी बैठा होवे गलत विचों भी सही राह लभना। गुरुद्वारे दे विच बैठा ते मत्था टेक के ते उत्थे ये लभना कि मैं अज बाणी विच की लैके जाना, क्योंकि असी खाली हथ जाने आ। इस तरह सानू जाना चाहिए, जदों आईए तो कुछ लैके आईए, किसी दी गलतियां नूं ना चितारीए। असीं गुरुद्वारे विच बैठ के भी असीं ये लभदे हां कोई गलती करे तो मैं उन्हूं फड़ा, नहीं। गुरसिख हंस दा काम है जिथे भी बैठे उतों कुछ लैके आए, कोई चंगी चीज़ लैके आए। क्योंकि गुरु की बाणी विच लिखिया सुखमनी साहिब दे विच, किनका एक जिस जी वसावै तां की महिमा गनी ना आवे, कांखी एक है दरस तुहारो नानक उन संग मोहि उधारो। इस करके साडे जीवन का मनोरथ है इस लोक नूं सवार के परलोक नूं सुहेला करना, परलोक नूं सुहेला करके उस परिपूर्ण परमात्मा दे नाल मिलाप करना। सतगुरु जी कृपा करन, बख्शिशां करन, आप जी का बहुत प्यार मिलता है जो कि तुसीं इत्थे बैठ के सुनते हो, तो तुहाडे नाल घर बैठ के गल्लां बातां हो जांदियां हन, मन नूं शांति मिल जाती है। तुहाडे वांग असीं भी घर विच बैठे होए हां, ते आप जी नूं इत्थे वेख के सारे जिवें तुसीं सुणदे हो, तो इत्थे कुछ कोई कॉमेंट लिखता है, कोई लाइक करता है, जिस तरीके नाल तुसीं वेखदे हो तो मन नूं बड़ी खुशी मिलती है कि असीं किसी नाल गल कर रहे हैं। पूरा दिन कढ़ना बड़ा औखा हो जाता है, तो जिमें 7 बजते हैं रहरास साहिब का पाठ असी लाइव करते हैं तो सारी संगत सुनती भी है, लाइक भी करते हैं। उस तो उपरंत आप 10 मिनट 5 मिनट इत्थे जदों कि आप विचारां करते हैं, आपसी गल्लां बातां करते हैं, तुसी लोग सुनते हो, बहुत चंगा लगता, बहुत प्यार मिलता तुहाडे वल्लों। सतगुरु जी कृपा करन, बख्शिशां करन, क्योंकि संगत 3 प्रकार की होंदी है। संगत जिहड़ी है वो 3 प्रकार की होंदी है। जिथे इकट्ठ हो जाए ना, इकट्ठ 10 बंदे इकट्ठे होण, जिवें कि आपां बाहर लॉकडाउन दे विच भी असीं बाहर खड़ जाने, जिवें 10 बंदे 5 बंदे खड़े होंदे हैं, 4 बंदे खड़े होंदे हैं, 10 तो खैर नहीं कह सकते क्योंकि घरों कोई नहीं निकल रहा। असीं इहनूं संगत कह सकते हैं। संग मतलब संग, संगी साथी। तो ख्याल करना उत्थे एक गल होंदी है जिथे उस कट्ठ दे विच गल चल रही होवे, कोई भैड़ी गल्लां गंदियां गल्लां चल रही होण, किसी दियां चुगलियां चल रही होण, आपां उहनूं की कवांगे? आपां उहनूं कवांगे वो है कू संगत, भैड़ी संगत। ते जिथे उस कट्ठ दे विच उस संग दे विच किते सत दियां गल्लां चल रही होण, गुरु साहिब जी ने यह कीता सीगा। असीं शाम नूं पाठ करदे हां, अच्छा इदां करन नाल ये कुछ हो जाएगा। गुरु साहिब जी ने लंगर चलाए सी, ਉਹ ਉੱਥੇ ਉਹਨੇ ਇਦਾਂ ਕੀਤਾ। ਗੁਰੂ ਦੀਆਂ ਗੱਲਾਂ ਜਿੱਥੇ ਚੱਲਦੀਆਂ ਨੇ ਉਹਨੂੰ ਕੀ ਕਹਿੰਦੇ ਨੇ? ਸੱਚ ਦੀਆਂ ਜਿੱਥੇ ਗੱਲਾਂ ਚੱਲਦੀਆਂ ਹੋਣ, ਸਤ ਸੰਗਤ। ਜਿਵੇਂ ਆਪਾਂ ਬੈਠੇ ਆ ਨਾ ਇਸ ਵੇਲੇ, ਤੁਸੀਂ ਆ ਘਰ ਵਿੱਚ ਬੈਠੇ ਹੋ ਤੇ ਮੈਂ ਵੀ ਘਰ ਵਿੱਚ ਬੈਠਾ, ਮੈਂ ਤੁਹਾਡੇ ਸਾਹਮਣੇ, ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ, ਭਾਵ ਕਿ ਤੁਸੀਂ ਇਸ ਸੱਚ ਦੀ ਸੰਗਤ ਕਰ ਰਹੇ ਹੋ। ਭਾਵੇਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਜਾ ਸਕਦੇ, ਪਰ ਘਰ ਦੇ ਵਿੱਚ ਬੈਠ ਕੇ ਅਸੀਂ ਸੱਚ ਦੀ ਸੰਗਤ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਕਿ ਬਖਸ਼ਿਸ਼ਾਂ ਕਰਨ। ਜਿਹੜੀਆਂ ਆਪਾਂ ਵਿਚਾਰਾਂ ਕੀਤੀਆਂ ਹਨ ਕਿ ਸਤਿਗੁਰੂ ਜੀ
ਇਹੋ ਜੀ ਕੋਈ ਨਾ ਕੋਈ ਬਖਸ਼ਿਸ਼ ਜ਼ਰੂਰ ਕਰਨਗੇ, ਕਿਉਂਕਿ ਹਰ ਜੁਗ ਜੁਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ। ਸਤਿਗੁਰੂ ਜੀ ਨੇ ਕੋਈ ਇਹੋ ਜੀ ਬਿਰਧ ਵਰਤਾ ਦੇਣੀ ਹੈ ਬਹੁਤ ਛੇਤੀ, ਤੇ ਸਾਨੂੰ ਸਾਰਿਆਂ ਨੂੰ ਆਰਾਮ ਆ ਜਾਣਾ, ਅਸੀਂ ਠੀਕ ਹੋ ਜਾਵਾਂਗੇ, ਇਹਨਾਂ ਦੁੱਖਾਂ ਤੋਂ ਬਾਹਰ ਨਿਕਲ ਜਾਵਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਹ ਪੜੀ ਸੁਣੀ ਬਾਣੀ ਆਪ ਸਾਰਿਆਂ ਦੇ ਹਿਰਦੇ ਦੇ ਵਿੱਚ ਵਸ ਜਾਵੇ। ਇਹਨਾਂ ਦੁੱਖਾਂ ਕਲੇਸ਼ਾਂ ਤੋਂ, ਸਤਿਗੁਰੂ ਜੀ ਕਰਮ ਕਾਂਡਾਂ ਤੋਂ, ਭੁਲੇਖਾਂ ਤੋਂ ਬਾਹਰ ਕੱਢਣ, ਆਪਣੇ ਸੱਚ ਦੀ ਸੰਗਤ ਦੇ ਨਾਲ ਜੋੜ ਕੇ ਰੱਖਣ, ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਉੱਤੇ ਰੱਖਣ। ਸੋ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਸਮੂਹ ਸੰਗਤ ਬਖਸ਼ਣ ਯੋਗ ਹੈ, ਬਖਸ਼ ਲਿਓ। ਕਰੋ ਕਿਰਪਾ, ਦਿਓ ਪਿਆਰ ਦਾ ਸਬੂਤ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।